वाहिगुरू जी का खालसा वाहिगुरू जी की फतेह। गुरु प्यारी साध संगत जी, जिस तरह की आप जी जाणू हो कि हंबल आस्था यूट्यूब चैनल राही असी आप जी नूं हर हफ्ते ही एक गुरुद्वारा साहिब दे दर्शन कराउने हाँ, जिस दे विच असी आप जी नूं गुरुद्वारा साहिब दे इतिहास अते नित दे नेम नाल जाणू करवाने हाँ। सो अज असी आए हाँ गुरुद्वारा पाहन साहिब सच्ची मंजी, जिसनों के गुरुद्वारा जोड़ा साहिब दे नाम नाल भी जानिया जाता है। अमृत वेला। धन गुरु अर्जन देव जी फरमाउंदे हन, दर्शन देख शीतल मन भये, जन्म जन्म के किल बिख गए। आप जी दर्शन कर रहे हो गुरुद्वारा जोड़ा साहिब अमृत वेले दी संगत दे। सो आओ जी, हुण असी गुरुद्वारा साहिब दे अंदर दर्शनां लई चलदे हाँ अते आप सर्व संगत जी नूं भी नाल ही दर्शन कराउने हाँ जी। विघ्न ना को लागता गुर पह अरदास, रखवाला गोबिंद राय, रखवाला गोबिंद राय, भगतन की रास, भगतन की रास। विघ्न ना को लागता गुर पह अरदास, विघ्न ना को लागता गुर पह अरदास। सिमर सिमर पूरन प्रभु कांगज पैरास, करतारपुर करतार
संतन कै पास रखवाला गोबिंद राय रखवाला गोबिंद राय भगतन की रास बिघन ना को लागता गुर पह अरदास बिघन ना को लागता गुर पह अरदास टोट ना आवे कदे मूल पूरन भंडार चरण कमल मन तन बसे प्रभ अगमया पार रखवाला गोबिंद राय रखवाला गोबिंद राय भगतन की रास बिघन ना को लागता गुर पह अरदास सेवा। ਧੰਨ गुरु नानक देव साहिब फरमाउंदे हन, जग बिनसत हम देखिया लोभे अहंकारा, गुर सेवा प्रभ पाया सच मुक्त दुआरा। भाव कि यह जग अहंकार ते लोभ दी अग दे विच जलदा फिरदा है ਅਤੇ गुरु दी सेवा करके असी इस अहंकार
ਅਤੇ ਲੋਭ ਦੀ ਅੱਗ ਤੋਂ ਮੁਕਤ ਹੋ ਸਕਦੇ ਹਾਂ। ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜੋੜਾ ਸਾਹਿਬ ਸੰਗਤ ਲੰਗਰ ਦੀ ਸੇਵਾ ਕਰਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਜੀ ਆਪਾਂ ਇਸ ਪਾਵਨ ਸਥਾਨ ਦੇ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਸਾਹਿਬ ਤੋਂ ਇਸ ਪਾਵਨ ਸਥਾਨ ਦਾ ਇਤਿਹਾਸ ਸਰਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰ ਰਿਹਾ, ਗਿਆਨੀ ਜਰਨੈਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ, ਜਿਹਨੂੰ ਕਿ ਸੰਖੇਪ ਵਿੱਚ ਜੋੜਾ ਸਾਹਿਬ ਵੀ ਕਿਹਾ ਜਾਂਦਾ ਹੈ। ਸੋ ਇੱਥੋਂ ਦੇ ਇਤਿਹਾਸ ਬਾਰੇ ਆਪ ਸੰਗਤਾਂ ਦੇ ਨਾਲ ਸਾਂਝ ਪਾਉਣੀ ਚਾਹੁੰਦਾ ਕਿ ਗੁਰੂ ਰੂਪ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਕਿ ਗੋਇੰਦਵਾਲ ਸਾਹਿਬ ਗੁਰਤਾ ਗੱਦੀ 'ਤੇ ਸੁਭਾਇਮਾਨ ਸੀ, ਸਤਿਗੁਰਾਂ ਨੇ ਸਮੇਂ ਦੀ ਨਿਜਾਕਤ ਨੂੰ ਦੇਖਦਿਆਂ ਹੋਇਆਂ 22 ਪ੍ਰਚਾਰਕ ਸਥਾਪਿਤ ਕੀਤੇ, ਜਿਨ੍ਹਾਂ ਵਿੱਚ ਕਿ ਕੁਝ ਬੀਬੀਆਂ ਨੂੰ ਵੀ ਹਿੱਸੇਦਾਰੀ ਪ੍ਰਾਪਤ ਹੋਈ। ਉਹਨਾਂ ਪ੍ਰਚਾਰਕਾਂ ਦੇ ਵਿੱਚੋਂ 9ਵੇਂ ਨੰਬਰ 'ਤੇ ਪ੍ਰਚਾਰਕ ਸਨ ਬ੍ਰਹਮ ਗਿਆਨੀ ਬਾਬਾ ਸੱਚਨ ਸਾਜੇ, ਜਿਨ੍ਹਾਂ ਦਾ ਨਾਂ ਘਰ ਦਾ ਪੈਰੋ ਜੀ ਅਤੇ ਚੈਨਾ ਜੀ ਸੀ। ਸਾਡੇ ਉਹ ਵੱਡਿਆਂ ਦੇ ਸਥਾਨ 'ਤੇ ਹੋਏ ਹੈ। ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ 12 ਸਾਲ ਸੇਵਾ ਕੀਤੀ। ਜਿੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਲੰਗਰਾਂ ਦੀ ਸੇਵਾ ਕੀਤੀ ਹੈ, ਉੱਥੇ ਸਤਿਗੁਰਾਂ ਨੇ ਅੰਬਾਲੇ ਇਲਾਕੇ ਦਾ ਪ੍ਰਚਾਰਕ ਉਹਨਾਂ ਨੂੰ ਸਥਾਪਿਤ ਕੀਤਾ ਸੀ ਕਿ ਅੰਬਾਲੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਸੀ। ਸੋ ਸਤਿਗੁਰਾਂ ਨੇ ਬੜੀਆਂ ਸਾਰੀਆਂ ਰਹਿਮਤਾਂ ਵਰਤਾਈਆਂ, ਜਿਵੇਂ ਕਿ ਬੌਲੀ ਸਾਹਿਬ ਦੀ ਰਚਨਾ ਕੀਤੀ ਅਤੇ ਪਹਿਲੇ ਪੰਗਤ ਪਾਤਸ਼ਾਹੀ ਸੰਗਤ ਹੋਰ ਬਹੁਤ ਸਾਰੀਆਂ ਬਖਸ਼ਾਂ ਦੇ ਕੇ ਤੇ ਨਿਹਾਲ ਕੀਤਾ। ਸਤਿਗੁਰਾਂ ਨੇ ਸਮੇਂ ਅਨੁਸਾਰ ਆਪਣੀਆਂ ਸੰਗਤਾਂ ਨੂੰ ਨਿਆਸਰਿਆਂ ਨੂੰ ਆਸਰਾ ਦੇ ਕੇ ਤੇ ਨਿਹਾਲ ਕੀਤਾ। ਹੁਣ ਸਤਿਗੁਰਾਂ ਨੇ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਸਾਰਿਆਂ ਨੂੰ ਕਮਰੇ ਬਣਵਾ ਕਰਕੇ ਦੇਣਾ ਕੀਤੇ। ਲੱਕੜ ਦੀ ਘਾਟ ਹੋਣ ਕਰਕੇ ਆਪਣੇ ਭਤੀਜੇ ਬਾਬਾ ਸਾਵਨਮਲ ਜੀ ਨੂੰ ਹਰੀਪੁਰ ਦੇ ਰਾਜੇ ਹਰੀ ਸੈਨ ਦੇ ਪਾਸ ਭੇਜਣਾ ਕੀਤਾ, ਜਿਹੜੇ ਪਾਸੇ ਗਏ ਕਿ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦਾ ਰੁਮਾਲ ਦੇ ਕਰਕੇ ਭੇਜਿਆ। ਕੁਦਰਤ ਇਹੋ ਜਿਹਾ ਭਾਣਾ ਵਾਪਰਿਆ ਕਿ ਜਦੋਂ ਸਿੱਖ ਉੱਥੇ ਗਏ ਤੇ ਉਸ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਰੁਦਰ ਸੈਨ, ਜਿਹਦੀ ਕਿ ਮੌਤ ਹੋ ਚੁੱਕੀ ਸੀ। ਵਰਲਾਪ ਕੀਤਾ ਜਾ ਰਿਹਾ ਸੀ ਘਰ ਦੇ ਵਿੱਚ। ਸਿੱਖਾਂ ਦੇ ਪੁੱਛਣ ਤੋਂ ਦੱਸਿਆ ਗਿਆ ਤੇ ਸਿੱਖਾਂ ਨੇ ਉਹਦੇ ਸਿਪਾਹੀਆਂ ਨੂੰ ਕਿਹਾ ਕਿ ਅਸੀਂ ਬੱਚੇ ਨੂੰ ਸਰਜੀਤ ਕਰ ਦੇਵਾਂਗੇ। ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਤੁਹਾਨੂੰ ਸ਼ਾਰਟ ਵਿੱਚ ਦੱਸਦਾ ਕਿ ਉਸ ਸਤਿਗੁਰਾਂ ਦੇ ਪਵਿੱਤਰ ਰੁਮਾਲ ਦੇ ਨਾਲ ਉਸ ਰੁਦਰ ਸੈਨ ਬੱਚੇ ਨੂੰ ਸਰਜੀਤ ਕੀਤਾ। ਇਹ ਰਾਜਾ ਸਤਿਗੁਰਾਂ ਦੇ ਘਰ ਦਾ ਸਿੱਖ ਬਣ ਗਿਆ। ਸਮੇਂ ਅਨੁਸਾਰ ਇਹ ਆਪਣੀਆਂ 7 ਰਾਣੀਆਂ ਸਮੇਤ ਗੋਇੰਦਵਾਲ ਸਾਹਿਬ ਦਰਸ਼ਨਦਾਰੇ ਕਰਨ ਵਾਸਤੇ ਆਇਆ। ਜਦੋਂ ਬਾਬਾ ਸਾਵਨਮਲ ਜੀ ਨੇ ਆਗਿਆ ਲਈ ਤੇ ਸਤਿਗੁਰਾਂ ਨੇ ਕਹਿ ਦਿੱਤਾ, ਬਾਬਾ ਸਾਵਨਮਲ ਜੀ ਰਾਜੇ ਨੂੰ ਦੱਸ ਦਿਓ ਗੁਰੂ ਦਰਬਾਰ ਦੀ ਮਰਜ਼ਾਦਾ ਵਿੱਚ ਰਹਿ ਕਰਕੇ ਤੇ ਸਾਰੀਆਂ ਸੰਗਤਾਂ ਆ ਕੇ ਦਰਸ਼ਨ ਕਰ ਸਕਦੀਆਂ। ਪਰ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਇਸ ਰਾਣੀ ਨੇ ਘੁੰਡ ਕੱਢ ਲਿਆ। ਮਾਲਵੇ ਦੀ ਇਲਾਕਾ, ਮਾਲਵੇ ਦੀ ਬੋਲੀ ਹੈ, ਪੱਲਾ ਕਰ ਲਿਆ, ਘੁੰਡ ਕੱਢ ਲਿਆ। ਸਤਿਗੁਰਾਂ ਨੇ ਸੁਭਾਵਿਕ ਹੀ ਬਚਨ ਕਹਿ ਦਿੱਤਾ ਕਿ ਬਾਬਾ ਸਾਵਨਮਲ ਜੀ ਇਹ ਝੱਲੀ ਨੂੰ ਤੁਸਾਂ ਨੇ ਦੱਸਿਆ ਨਹੀਂ ਕਿ ਗੁਰੂ ਕੀ ਸੰਗਤ ਵਿੱਚ ਕਿੱਦਾਂ ਆਉਣਾ ਹੈ। ਬਸ ਸਤਿਗੁਰਾਂ ਦੇ ਕਹਿਣ ਦੀ ਦੇਰ ਸੀ, ਇਹ ਬਚਨ ਜਿਹੜਾ ਨਿਸ਼ਾਨੇ 'ਤੇ ਪਿਆ। ਇਹ ਰਾਣੀ ਜਿਹੜੀ ਝੱਲੀ ਹੋ ਗਈ, ਜੰਗਲਾਂ ਨੂੰ ਦੌੜ ਕੇ ਚੀਕਾਂ ਮਾਰਦੇ ਹੋਏ ਰਾਜੇ ਨੇ ਬੜਾ ਸਾਰਾ ਲੱਭਿਆ ਪਰ ਨਹੀਂ ਲੱਭੀ। ਹੁਣ ਰਾਜਾ ਕੁਛ ਦਿਨ ਰਹਿ ਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਵਾਪਸ ਆਪਣੇ ਦੇਸ਼ ਨੂੰ ਚਲਾ ਗਿਆ। ਬਾਅਦ ਵਿੱਚ ਬਾਬਾ ਸੱਚਨ ਸਾਜੇ ਜੋ ਕਿ ਸਾਡੇ ਵਡੇਰੇ ਹੋਏ ਹੈ, ਇਹ ਲੰਗਰ ਦੇ ਵਾਸਤੇ ਲੱਕੜਾਂ ਲੈਣ ਵਾਸਤੇ ਜਾਇਆ ਕਰਦੇ ਸੀ। ਜਦੋਂ ਇਹ ਲੱਕੜਾਂ ਲੈਣ ਜਾਂਦੇ ਆ ਜੰਗਲ ਵਿੱਚ ਤੇ ਉਹ ਰਾਣੀ ਤੰਗ ਕਰਦੀ ਹੈ, ਪਰੇਸ਼ਾਨ ਕਰਦੀ ਹੈ। ਬਾਬਾ ਸੱਚਨ ਸਾਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕੀਤੀ। ਸਤਿਗੁਰਾਂ ਨੇ ਕਿਹਾ ਕਿ ਬਾਬਾ ਸੱਚਨ ਸਾਜੀ ਕੱਲ੍ਹ ਜਦੋਂ ਤੁਸੀਂ ਜਾਓਗੇ ਉਸ ਪਾਸੇ ਜਾਣਾ ਤੇ ਸਾਨੂੰ ਮਿਲ ਕੇ ਜਾਣਾ। ਦੂਸਰੇ ਦਿਨ ਬਾਬਾ ਸੱਚਨ ਸਾਜੀ ਸਤਿਗੁਰਾਂ ਦੇ ਚਰਨਾਂ ਵਿੱਚ ਗਏ। ਸਤਿਗੁਰਾਂ ਨੇ ਆਪਣੇ ਚਰਨਾਂ ਦੇ ਜੋੜਾ ਸਾਹਿਬ ਦੇਣਾ ਕੀਤੇ ਕਿ ਬਾਬਾ ਸੱਚਨ ਸਾਜੀ ਜਦੋਂ ਰਾਣੀ ਤੁਹਾਡੇ ਵੱਲ ਝੱਲ ਖਿਲਾਰਦੀ ਆਏਗੀ ਉਹਦੇ ਤਨ ਨਾਲ ਛੁਹਾ ਦਿਓ, ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏਗੀ। ਬਾਬਾ ਸੱਚਨ ਸਾਜੀ ਸਤਿਗੁਰਾਂ ਦੇ ਜੋੜਾ ਸਾਹਿਬ ਲੈ ਕਰਕੇ ਗਏ। ਜਿਸ ਤਰ੍ਹਾਂ ਉਹ ਰਾਣੀ ਝੱਲ ਕਦਾਰਦੀ ਹੋਈ ਬਾਬਾ ਜੀ ਵੱਲੇ ਆਈ ਤੇ ਬਾਬਾ ਸੱਚਨ ਸਾਜੀ ਨੇ ਉਹਦੇ ਤਨ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਜੋੜਾ ਸਾਹਿਬ ਛੁਹਾਣਾ ਕੀਤੇ। ਉਹ ਰਾਣੀ ਨੂੰ ਸ਼ੁੱਧ ਬੁੱਧ ਆ ਗਈ, ਪਿੱਛਾ ਕਰਕੇ ਬੈਠ ਗਏ ਅਤੇ ਸਤਿਗੁਰੂ ਜੀ ਮਹਾਰਾਜ ਦੇ ਸਿੱਖ ਪਾਸੋਂ ਕੱਪੜਾ ਮੰਗਣਾ ਕੀਤਾ, ਕਿਉਂਕਿ ਝੱਲ ਹੋਣ ਕਰਕੇ ਸਾਰੇ ਕੱਪੜੇ ਫਾੜ ਦਿੱਤੇ ਸੀ। ਬਾਬਾ ਸੱਚਨ ਸਾਜੀ ਨੇ ਆਪਣੇ ਮੋਢੇ ਵਾਲਾ ਭੂਰਾ ਦੇਣਾ ਕੀਤਾ। ਤਨ ਢੱਕ ਕੇ ਤੇ ਉਹ ਰਾਣੀ ਆਪਣੀ ਭੁੱਲ ਬਖਸ਼ਾਉਣ ਵਾਸਤੇ ਬਾਬਾ ਜੀ ਦੇ ਨਾਲ ਲੱਕੜਾਂ ਚੁੱਕ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਈ।
ਤੇ ਸਤਿਗੁਰਾਂ ਨੇ ਆਪਣੇ ਸਿੰਘਾਸਨ ਤੋਂ ਉੱਠ ਕਰਕੇ ਕਹਿ ਦਿੱਤਾ ਕਿ ਬਾਬਾ ਸੱਚਨ ਸਾਜੀ ਬਹੁਤ ਸੋਹਣੀ ਜੋੜੀ ਫੱਬਣਾ ਕੀਤੀ ਹੈ। ਪਰ ਬਾਬਾ ਸੱਚਨ ਸਾਜੀ ਕਹਿਣ ਲੱਗੇ ਸਤਿਗੁਰੂ ਮੈਂ ਤੇ ਸ਼ਾਦੀशुदा ਤੇ ਇਦਾਂ ਠੀਕ ਨਹੀਂ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਨਹੀਂ ਬਾਬਾ ਸੱਚਨ ਸਾਜੀ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਬਚਨ ਹੈ, ਇਹ ਤੁਹਾਨੂੰ ਪ੍ਰਵਾਨ ਕਰਨੇ ਪੈਣਗੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸਤਿਗੁਰਾਂ ਦਾ ਹੁਕਮ ਪ੍ਰਵਾਨ ਕਰਕੇ ਇਹ ਸਤਿਗੁਰਾਂ ਨੇ ਜਿਹੜੀ ਝੱਲੀ ਰਾਣੀ ਠੀਕ ਹੋਈ ਬਾਬਾ ਸੱਚਨ ਸਾਜੀ ਦੇ ਲੜ ਲਗਾਣਾ ਕੀਤੇ ਤੇ ਸਤਿਗੁਰਾਂ ਨੇ ਆਪਣੇ ਚਰਨਾਂ ਦੇ ਜੋੜਾ ਸਾਹਿਬ ਬਖਸ਼ ਕੇ ਬੇਅੰਤ ਵਰ ਦੇ ਕਰਕੇ, ਜਿਹਦੇ ਵਿੱਚ ਕਿ ਹਜੀਰਾਂ ਵਾਲਾ ਇੱਕ ਹਿਸਾਬ ਦੇ ਨਾਲ ਕੂੜ ਚੱਲ ਜਾਣਾ, ਇੱਕ ਜਿਹੜਾ ਮੈਂਟਲ ਹੋ ਜਾਏ ਪਾਗਲਪਨ, ਇੱਕ ਜਿਹਨੂੰ ਹਲਕਾ ਕੁੱਤਾ ਕੱਟ ਜਾਏ, ਜੇ ਹਲਕ ਨਾ ਕੁੱਦਿਆ ਹੋਵੇ ਉਸ ਤੋਂ ਪਹਿਲੋਂ ਸਾਡੇ ਪਾਸ ਆਉਣਾ ਚਾਹੀਦਾ ਹੈ। ਸਤਿਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰਨ ਕਦਾ ਚਿੱਤ ਵੀ ਹਲਕ ਨਹੀਂ ਕੁੱਦੇਗਾ। ਬਾਬਾ ਜੀ ਨੂੰ ਇਹ ਬਖਸ਼ਾਂ ਦੇ ਕੇ ਕਿਹਾ ਕਿ ਬਾਬਾ ਸੱਚਨ ਸਾਜੀ ਤੁਹਾਡੀ ਘਾਲ ਥਾਂ ਪਈ ਹੈ, ਤੁਸੀਂ ਆਪਣੇ ਘਰੇ ਜਾਓ, ਦੁਖੀ ਲੋਕ ਤੁਹਾਡੇ ਪਾਸ ਆਉਣਗੇ, ਉਹਨਾਂ ਦੇ ਤਨ ਦੇ ਨਾਲ ਛੁਹਾਇਓ, ਉਹ ਠੀਕ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰਨੀ ਹੈ ਤੇ ਆਪਣੇ ਪਰਿਵਾਰ ਦਾ ਜੀਵਨ ਨਿਰਵਾਹ ਕਰਨਾ ਹੈ। ਸਤਿਗੁਰਾਂ ਨੇ ਬਖਸ਼ਾਂ ਦੇ ਕੇ ਘਰ ਨੂੰ ਭੇਜਣਾ ਕੀਤਾ। ਜਦੋਂ 1947 ਦਾ ਬਟਵਾਰਾ ਹੋਇਆ ਸਾਡੇ ਵਡੇਰੇ ਪਾਕਿਸਤਾਨ ਤੋਂ ਇੱਧਰ ਹਿੰਦੁਸਤਾਨ ਵੱਲ ਆਏ ਤੇ ਸਾਨੂੰ ਇਸ ਨਗਰ ਵਿੱਚ ਨਗਰ ਸੈਦੇਵਾਲਾ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਇੱਥੇ ਸਾਡੇ ਵਡੇਰਿਆਂ ਨੂੰ ਜ਼ਮੀਨਾਂ ਅਲਾਟਮੈਂਟ ਹੋ ਗਈਆਂ ਤੇ ਇਸ ਨਗਰ ਸੈਦੇਵਾਲਾ ਵਿਖੇ ਸਾਡੇ ਪਰਿਵਾਰ ਨੇ ਸਾਡੇ ਵੱਡਿਆਂ ਨੇ ਬਹੁਤ ਸੁੰਦਰ ਇਮਾਰਤ ਜਿਹੜੀ ਗੁਰਦੁਆਰਾ ਸਾਹਿਬ ਦੀ ਬਣਾਉਣਾ ਕੀਤੇ। ਹੌਲੀ ਹੌਲੀ ਜਿਵੇਂ ਜਿਵੇਂ ਸੰਗਤਾਂ ਆਉਂਦੀਆਂ ਗਈਆਂ ਸਰੋਵਰ ਸਾਹਿਬ ਦੀ ਸੇਵਾ ਹੋਈ, ਦੀਵਾਨ ਹਾਲ ਦੀ ਸੇਵਾ ਹੋਈ, ਲੰਗਰ ਹਾਲ ਦੀ ਸੇਵਾ ਹੋਣਾ ਕੀਤੀ ਹੈ ਤੇ ਜਿਵੇਂ ਜਿਵੇਂ ਸੰਗਤਾਂ ਆਈਆਂ ਸੰਗਤਾਂ ਦੇ ਰਹਿਣ ਵਾਸਤੇ ਬਹੁਤ ਸਾਰੇ 200 ਦੇ ਕਰੀਬ ਕਮਰਾ ਜਿਹੜਾ ਹੈ ਉਹ ਸੰਗਤਾਂ ਦੇ ਵਿਸ਼ਰਾਮ ਵਾਸਤੇ ਬਣਾਇਆ ਗਿਆ ਤੇ ਹਰ ਮਹੀਨੇ ਇੱਥੇ ਮੱਸਿਆ ਭਰਦੀ ਹੈ। ਬਾਕੀ ਸਾਲ ਮਗਰੋਂ ਅੱਸੂ ਵਦੇ 7ਵੀਂ 8ਵੀਂ 9ਵੀਂ ਨੂੰ ਅਸੀਂ ਆਪਣੇ ਵੱਡਿਆਂ ਦੀ ਬਰਸੀ ਮਨਾਉਂਦੇ ਹਾਂ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਵਾਕਾਂ ਅਨੁਸਾਰ ਆਪਣੇ ਵੱਡਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ, ਜਿਹੜਾ ਕਿ ਜੂੜ ਮੇਲਾ ਇਸ ਵਾਰ 17 18 19 ਸਤੰਬਰ 1 2 3 ਅੱਸੂ ਨੂੰ ਆ ਰਿਹਾ ਹੈ। ਬੜੇ ਦੂਰ ਦੂਰ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਪਹੁੰਚ ਕਰਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਜੋੜਾ ਸਾਹਿਬ ਦੇ ਦਰਸ਼ਨ ਦਾਰੇ ਕਰਕੇ, ਜਿੱਥੇ ਪਹਿਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਤਕ ਹੁੰਦੀਆਂ ਸੰਗਤਾਂ, ਉਸ ਤੋਂ ਬਾਅਦ ਸਤਿਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨ ਦਾਰੇ ਕਰਕੇ ਆਪਣੇ ਤਨ ਦੇ ਨਾਲ ਸੁਹਾ ਕੇ ਦੁੱਖਾਂ ਤੋਂ ਰਹਿਤ ਹੁੰਦੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਹੈ। ਸੋ ਪਰਜੋਰ ਬੇਨਤੀ ਹੈ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਕਿ ਜੋ ਵੀ ਇਸ ਨੂੰ ਸੁਣਦਾ ਹੈ, ਬੇਨਤੀ ਕਰਾਂਗੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਦੁਖਾਂਤ ਹੈ ਤੁਸੀਂ ਇੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਦਰਸ਼ਨਦਾਰੇ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਕੇ ਤੇ ਦੁੱਖਾਂ ਤੋਂ ਨਿਵਰਤੀ ਪਾ ਕੇ ਆਨੰਦ ਲੈ ਸਕਦੇ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰੀਆਂ ਜੀ। ਇਹ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ, ਜਿਹਨੂੰ ਕਿ ਜੋੜਾ ਸਾਹਿਬ ਨਾਲ ਵੀ ਜਾਣਿਆ ਜਾਂਦਾ ਹੈ, ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਸਥਿਤ ਹੈ। ਸੰਗਤਾਂ ਇੱਥੇ ਪਹੁੰਚ ਕੇ ਆਨੰਦ ਲੈ ਸਕਦੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दुष्ट बहराई गुरपुरे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸੰਗਤ ਜੀ, ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ, ਜੋ ਕਿ ਜੋੜਾ ਸਾਹਿਬ ਜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਜ਼ਿਲ੍ਹਾ ਮਾਨਸਾ ਪਿੰਡ ਸੈਦੇਵਾਲ ਦੇ ਵਿੱਚ ਪੈਂਦਾ ਹੈ ਜੀ। ਇਸ ਦਾ ਇਤਿਹਾਸ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਆਓ ਅਸੀਂ ਇਸ ਦੇ ਵਿਚਾਰ ਦੀ ਸਾਂਝ ਆਪ ਜੀ ਦੇ ਨਾਲ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਅੱਜ ਅਸੀਂ ਇਕੱਠੇ ਹੋਏ ਹਾਂ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਡੀ, ਜੋ ਕਿ ਪਿੰਡ ਸੈਦੇਵਾਲ ਪੈਂਦਾ ਹੈ ਅਤੇ ਇਸ ਨੂੰ ਜੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਓ ਅਸੀਂ ਗੱਲ ਕਰਦੇ ਹਾਂ ਜੋ ਕਿ ਭਾਈ ਸੱਚਣ ਸੱਚ ਜੀ, ਉਹਨਾਂ ਦੀ ਪੀੜ੍ਹੀ ਇੱਥੇ ਦੀ ਸੇਵਾ ਸੰਭਾਲ ਕਰਦੀ ਹੈ ਅਤੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਆਪ ਜੀ ਇੱਥੇ ਜੋੜਾ ਸਾਹਿਬ ਕਿਵੇਂ ਲੈ ਕੇ ਆਏ ਅਤੇ ਸੰਗਤਾਂ ਇੱਥੇ ਆ ਕੇ ਕਿਵੇਂ ਆਪਣੇ ਦੁੱਖਾਂ ਦੀ ਨਿਵਰਤੀ ਕਰਦੀ ਹੈ। ਆਓ ਜੀ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਨੇ ਜਦੋਂ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ ਹੈ ਅਤੇ ਉੱਥੇ ਗੁਰੂ ਅਮਰਦਾਸ ਜੀ ਦੇ ਆਉਣ ਕਰਕੇ ਸੰਗਤਾਂ ਨੇ ਦਰਸ਼ਨਾਂ ਵਾਸਤੇ ਹੁੰਮ ਹਮਾ ਕੇ ਪਹੁੰਚੀਆਂ। ਬਹੁਤ ਜ਼ਿਆਦਾ ਸੰਗਤਾਂ ਦੇ ਆਉਣ ਕਰਕੇ ਜਗ੍ਹਾ ਦੀ ਕਮੀ ਸੀ। ਭਾਈ ਬੱਲੋ ਜੀ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਸੰਗਤਾਂ ਦਾ ਜ਼ਿਆਦਾ ਆਉਣਾ ਹੈ ਅਤੇ ਜਗ੍ਹਾ ਦੀ ਕਮੀ ਹੈ। ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਬੇਨਤੀ ਕੀਤੀ ਵੀ ਜੰਗਲ ਵਿੱਚੋਂ ਲੱਕੜ ਕੱਟ ਕੇ ਸੰਗਤਾਂ ਦੇ ਰਹਿਣ ਵਾਸਤੇ ਜਗ੍ਹਾ ਬਣਾਈ ਜਾਵੇ। ਅਤੇ ਗੁਰੂ ਅਮਰਦਾਸ ਜੀ ਨੇ ਭਾਈ ਸੋਨਮੱਲ ਅਤੇ ਨਾਲ 4 ਸਿੱਖ ਹੋਰ ਉਹਨਾਂ ਦੀ ਡਿਊਟੀ ਲਾਈ ਅਤੇ ਨਾਲ ਇੱਕ ਰੁਮਾਲ ਬਖਸ਼ਿਆ, ਜੇ ਕਿਤੇ ਲੋੜ ਪਏ ਤਾਂ ਇਸ ਨੂੰ ਵਰਤ ਸਕਦੇ ਹੋ। 5 ਸਿੱਖ ਰੁਮਾਲ ਨੂੰ ਲੈ ਕੇ ਜੰਗਲ ਵੱਲ ਗਏ। ਚੱਲਦੇ ਅਸਕੇਤ ਮੰਡੀ ਦੇ ਜੰਗਲਾਂ ਵਿੱਚ ਪਹੁੰਚ ਗਏ। ਜਦੋਂ ਅਸਕੇਤ ਮੰਡੀ ਦੇ ਜੰਗਲਾਂ ਵਿੱਚ ਉਹਨਾਂ ਨੂੰ ਰਾਤ ਪਈ, ਉਹਨਾਂ ਨੇ ਲੰਗਰ ਤਿਆਰ ਕਰਨ ਵਾਸਤੇ ਅੱਗ ਬਾਲ ਕੇ ਲੰਗਰ ਤਿਆਰ ਕਰਕੇ ਛਕਣਾ ਕੀਤਾ। ਕਿਸੇ ਸੂਈਏ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਕਿ ਰਾਜਾ ਸਾਹਿਬ, ਤੁਹਾਡੇ ਰਾਜ ਦੇ ਵਿੱਚ ਅੱਗ ਬਲ ਗਈ ਹੈ। ਰਾਜੇ ਨੇ ਉਸ ਦਿਨ ਇਕਾਸ਼ਦੀ ਦਾ ਵਰਤ ਰੱਖਿਆ ਹੋਇਆ ਸੀ। ਸਾਰੇ ਰਾਜ ਦੇ ਵਿੱਚ ਅੱਗ ਬਾਲਣ ਮਨਾਹੀ ਸੀ ਅਤੇ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਉਹ 5 ਸਿੰਘਾਂ ਨੂੰ ਕੈਦ ਕਰ ਲਓ। ਸਿਪਾਹੀਆਂ ਨੇ ਜਾ ਕੇ 5 ਸਿੰਘਾਂ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ। ਕੁਦਰਤ ਦਾ ਪਾਣਾ ਇਹੋ ਜਿਹਾ ਵਰਤਿਆ ਕਿ ਰਾਜੇ ਦਾ ਇੱਕੋ ਇੱਕ ਲੜਕਾ ਸੀ ਜੋ ਅਕਾਲ ਚਲਾਣਾ ਕਰ ਗਿਆ। ਰਾਜ ਦੇ ਵਿੱਚ ਬਹੁਤ ਰੋਣਾ ਕਰਲਾਣਾ ਮੱਚਿਆ ਅਤੇ ਬਹੁਤ ਹਾਹਾਕਾਰ ਹੋ ਰਹੀ ਸੀ। ਕਿਸੇ ਸਿਆਣੇ ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਜਿਹੜੇ ਤੂੰ 5 ਸਿੰਘ ਕੈਦ ਕੀਤੇ ਹਨ, ਇਸ ਕਰਕੇ ਭਾਣਾ ਵਰਤਿਆ ਹੈ। ਰਾਜਾ ਨੇ 5 ਸਿੰਘਾਂ ਨੂੰ ਜੇਲ੍ਹ ਵਿੱਚ ਜਾ ਕੇ ਆਪਣੀ ਗਲਤੀ ਮੰਨੀ ਅਤੇ ਭੁੱਲ ਬਖਸ਼ਾਈ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਬੇਟੇ ਨੂੰ ਜਿੰਦਾ ਕੀਤਾ ਜਾਵੇ। 5 ਸਿੰਘਾਂ ਨੇ ਆਖਿਆ ਵੀ ਸਾਨੂੰ ਬੇਟੇ ਕੋਲ ਲੈ ਜਾਓ। ਜਦੋਂ ਰਾਜੇ ਨੇ ਆਪਣੇ ਬੇਟੇ ਕੋਲ ਸਿੰਘਾਂ ਨੂੰ ਲੈ ਕੇ ਆਏ, ਭਾਈ ਸੋਨਮੱਲ ਜੀ ਨੇ ਰੁਮਾਲ ਨੂੰ ਜਲ ਵਿੱਚ ਭਿਉਂ ਕੇ ਰਾਜੇ ਦੇ ਲੜਕੇ ਦੇ ਮੂੰਹ ਵਿੱਚ ਬੂੰਦਾਂ ਪਾ ਕੇ ਅਤੇ ਵਾਹਿਗੁਰੂ ਦਾ ਜਾਪ ਕੀਤਾ ਅਤੇ ਲੜਕਾ ਜਿੰਦਾ ਹੋ ਗਿਆ। ਰਾਜ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਉਹਨਾਂ ਦਾ ਬਹੁਤ ਸਤਿਕਾਰ ਹੋਣ ਲੱਗਾ। ਰਾਜਾ ਹਰੀ ਸੈਨ ਭਾਈ ਸੋਨਮੱਲ ਨੂੰ ਬਰਾਬਰ ਗੱਦੀ ਦੇ ਕੋਲ ਬਿਠਾਉਣਾ ਕੀਤਾ। ਆਪਣੀ ਫੌਜ ਨੂੰ ਲਾ ਕੇ ਬਿਆਸਾ ਦਰਿਆ ਰਾਹੀਂ ਲੱਕੜਾਂ ਕੱਟ ਕੇ ਗੋਇੰਦਵਾਲ ਸੇ ਭੇਜਣੀਆਂ ਕੀਤੀਆਂ ਅਤੇ 4 ਸਿੰਘ ਵਾਪਸ ਆ ਗਏ। ਭਾਈ ਸੋਨਮੱਲ ਜੀ ਉੱਥੇ ਹੀ ਰਾਜੇ ਦੇ ਬਰਾਬਰ ਬੈਠ ਕੇ ਸੰਗਤਾਂ ਨੂੰ ਨਿਹਾਲ ਕਰਨ ਲੱਗਾ। ਗੁਰੂ ਅਮਰਦਾਸ ਜੀ ਨੇ ਉਸ ਨੂੰ ਸੁਨੇਹਾ ਭੇਜਿਆ, ਭਾਈ ਸੋਨਮੱਲ ਵਾਪਸ ਆ ਜਾ, ਪਰ ਸੋਨਮੱਲ ਨਾ ਆਇਆ। ਅਤੇ ਜਦੋਂ ਗੁਰੂ ਅਮਰਦਾਸ ਜੀ ਨੇ ਰੁਮਾਲ ਵਿੱਚੋਂ ਸ਼ਕਤੀ ਖਿੱਚ ਲਈ ਅਤੇ ਸੋਨਮੱਲ ਨੂੰ ਵਾਪਸ ਆਉਣਾ ਪਿਆ। ਸੋਨਮੱਲ ਨੇ ਰਾਜੇ ਨੂੰ ਬੇਨਤੀ ਕੀਤੀ, ਗੋਇੰਦਵਾਲ ਸਾਹਿਬ ਮੇਰਾ ਗੁਰੂ ਯਾਦ ਕਰ ਰਿਹਾ ਹੈ। ਅਤੇ ਰਾਜੇ ਨੇ ਕੁਐਸਚਨ ਕੀਤਾ ਵੀ ਤੇਰਾ ਵੀ ਗੁਰੂ ਹੈ? ਕਹਿੰਦਾ ਹਾਂ ਜੀ, ਮੇਰਾ ਗੁਰੂ ਗੋਇੰਦਵਾਲ ਸਾਹਿਬ ਬੈਠਾ ਹੈ। ਰਾਜੇ ਨੇ ਬੇਨਤੀ ਕੀਤੀ ਵੀ ਅਸੀਂ ਵੀ ਸਮੇਤ ਪਰਿਵਾਰ ਗੁਰੂ ਜੀ ਦੇ ਦਰਸ਼ਨਾਂ ਨੂੰ ਜਾਣਾ ਚਾਹੁੰਦੇ ਹਾਂ। ਭਾਈ ਸੋਨਮੱਲ ਰਾਜੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਆਇਆ ਅਤੇ ਰਾਜੇ ਦਾ ਵਿਸ਼ਰਾਮ ਪਹਿਲਾਂ ਬਾਹਰ ਕੀਤਾ। ਆਪ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਆਪਣੀ ਗਲਤੀ ਬਖਸ਼ਾਈ ਅਤੇ ਗੁਰੂ ਅਮਰਦਾਸ ਜੀ ਨੂੰ ਦੱਸਣਾ ਕੀਤਾ ਕਿ ਮੇਰੇ ਨਾਲ ਰਾਜਾ ਅਤੇ ਸਮੇਤ ਪਰਿਵਾਰ ਆਇਆ ਹੋਇਆ ਹੈ। ਅਤੇ ਗੁਰੂ ਸਾਹਿਬ ਜੀ ਦਾ ਬਚਨ ਸੀ, ਪਹਿਲਾਂ ਪੰਗਤ ਫਿਰ ਸੰਗਤ। ਅਤੇ ਭਾਈ ਸੋਨਮੱਲ ਨੇ ਜਾ ਕੇ ਰਾਜੇ ਨੂੰ ਕਿਹਾ ਵੀ ਪਹਿਲਾਂ ਪੰਗਤ ਵਿੱਚ ਲੰਗਰ ਛਕਣਾ ਹੈ, ਫਿਰ ਗੁਰੂ ਦੇ ਦਰਸ਼ਨਾਂ ਨੂੰ ਜਾਣਾ ਹੈ। ਰਾਜੇ ਨੇ ਇਸੇ ਤਰ੍ਹਾਂ ਹੀ ਕੀਤਾ, ਪਹਿਲਾਂ ਲੰਗਰ ਛਕਿਆ ਅਤੇ ਫਿਰ ਗੁਰੂ ਦੇ ਦਰਸ਼ਨਾਂ ਨੂੰ ਗਿਆ। ਜਦੋਂ ਗੁਰੂ ਦੇ ਦਰਸ਼ਨਾਂ ਨੂੰ ਰਾਜਾ ਸਮੇਤ ਪਰਿਵਾਰ ਜਾ ਰਿਹਾ ਸੀ, ਰਾਜੇ ਦੀਆਂ 7 ਰਾਣੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਸੱਜਰਾ ਵਿਆਹ ਹੋਇਆ ਸੀ। ਉਸ ਨੇ ਸੱਜਰੀ ਵਿਆਹੀ ਹੋਣ ਕਰਕੇ ਸ਼ਰਮ ਮਹਿਸੂਸ ਕੀਤੀ ਅਤੇ ਘੁੰਡ ਕੱਢ ਲਿਆ। ਗੁਰੂ ਅਮਰਦਾਸ ਜੀ ਨੇ ਸਹਿਜ ਵੈ ਹੀ ਬਚਨ ਕੀਤਾ, ਇਹ ਝੱਲੀ ਕੌਣ ਹੈ ਜਿਸ ਨੇ ਸੰਗਤ ਦੇ ਦਰਸ਼ਨ ਨਹੀਂ ਕੀਤੇ। ਗੁਰੂ ਅਮਰਦਾਸ ਜੀ ਦਾ ਬਚਨ ਟੱਲ ਹੋਇਆ ਅਤੇ ਰਾਣੀ ਨੂੰ ਝੱਲ ਪੈ ਗਿਆ। ਉਹ ਆਪਣੇ ਤਣ ਦੇ ਕੱਪੜੇ ਪਾੜ ਕੇ ਜੰਗਲ ਨੂੰ ਦੌੜ ਗਈ
ਅਤੇ ਰਾਜੇ ਨੇ ਕੁਝ ਦਿਨ ਪੜਤਾਲ ਕੀਤੀ, ਰਾਣੀ ਨਾ ਮਿਲੀ। ਰਾਜਾ ਆਪਣੇ ਵਤਨ ਨੂੰ ਵਾਪਸ ਚਲਾ ਗਿਆ। ਉਸ ਤੋਂ ਉਪਰੰਤ ਬਾਬਾ ਸੱਚਨ ਸੱਚ ਜੀ ਹਰ ਰੋਜ਼ ਲੰਗਰ ਤਿਆਰ ਕਰਨ ਵਾਸਤੇ ਜੰਗਲ ਦੇ ਵਿੱਚੋਂ ਸੁੱਕੀ ਲੱਕੜ ਲੈਣ ਜਾਇਆ ਕਰਦੇ ਸਨ। ਜਦੋਂ ਬਾਬਾ ਸੱਚਨ ਸੱਚ ਜੀ ਜੰਗਲ ਵਿੱਚ ਜਾਂਦੇ ਸਨ ਤਾਂ ਰਾਣੀ ਉਸ ਨੂੰ ਬਹੁਤ ਪਰੇਸ਼ਾਨ ਕਰਦੀ ਸੀ, ਉਹਦੇ ਗਲ ਪੈਂਦੀ ਸੀ ਅਤੇ ਲੱਕੜਾਂ ਖਿਲਾਰ ਦਿੰਦੀ ਸੀ। ਬਾਬਾ ਸੱਚਨ ਸੱਚ ਜੀ ਨੇ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕੀਤੀ ਵੀ ਜਿਹੜੀ ਰਾਣੀ ਇੱਥੋਂ ਝੱਲੀ ਹੋ ਕੇ ਗਈ ਹੈ ਉਹ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ। ਗੁਰੂ ਅਮਰਦਾਸ ਜੀ ਨੇ ਕਿਹਾ, ਸਿੱਖਾ ਸਵੇਰੇ ਜਦੋਂ ਜੰਗਲ ਨੂੰ ਜਾਵੇਗਾ ਮੈਨੂੰ ਮਿਲ ਕੇ ਜਾਇਓ। ਬਾਬਾ ਸੱਚਨ ਸੱਚ ਜੀ ਨੇ ਇਸੇ ਤਰ੍ਹਾਂ ਹੀ ਕੀਤਾ। ਅੰਮ੍ਰਿਤ ਵੇਲੇ ਜਦੋਂ ਜੰਗਲ ਨੂੰ ਲੱਕੜ ਕਾਠ ਲੈਣ ਵਾਸਤੇ ਜਾਣਾ ਸੀ, ਗੁਰੂ ਅਮਰਦਾਸ ਜੀ ਮਿਲਣ ਚਲੇ ਗਏ। ਗੁਰੂ ਅਮਰਦਾਸ ਜੀ ਨੇ ਪੈਰ ਦਾ ਜੋੜਾ ਲਾ ਕੇ ਦੇ ਦਿੱਤਾ, ਜਦੋਂ ਅੱਜ ਤੇਰੇ ਕੋਲ ਰਾਣੀ ਆਵੇਗੀ ਉਸ ਦੇ ਮਸਤਕ ਨਾਲ ਸੁਹਾ ਦੇਣਾ, ਰਾਣੀ ਠੀਕ ਹੋ ਜਾਏਗੀ। ਬਾਬਾ ਸੱਚਨ ਸੱਚ ਜੀ ਜੰਗਲ ਵਿੱਚ ਗਏ। ਉਸਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜਦੋਂ ਰਾਣੀ ਦੌੜ ਕੇ ਬਾਬੇ ਸੱਚਨ ਸੱਚ ਵੱਲ ਆਈ, ਬਾਬਾ ਸੱਚਨ ਸੱਚ ਜੀ ਨੇ ਉਹ ਜੋੜਾ ਉਸ ਦੇ ਮਸਤਕ ਨਾਲ ਸੁਹਾ ਦਿੱਤਾ। ਰਾਣੀ ਦਾ ਝੱਲ ਦੂਰ ਹੋ ਗਿਆ ਅਤੇ ਉਹ ਠੀਕ ਹੋ ਗਈ ਅਤੇ ਉਸਨੇ ਉਸ ਦੇ ਸਰੀਰ ਉੱਤੇ ਕੋਈ ਕੱਪੜਾ ਨਹੀਂ ਸੀ। ਉਸਨੇ ਸ਼ਰਮ ਮਹਿਸੂਸ ਕੀਤੀ। ਬਾਬਾ ਸੱਚਨ ਸੱਚ ਜੀ ਇੱਕ ਚਾਦਰ ਮੋਢੇ ਉੱਤੇ ਰੱਖਦੇ ਹੁੰਦੇ ਸਨ। ਉਹਨਾਂ ਨੇ ਆਪਣੀ ਚਾਦਰ ਦਿੱਤੀ ਅਤੇ ਰਾਣੀ ਦਾ ਤਨ ਢੱਕਿਆ ਅਤੇ 2 ਪੰਡਾਂ ਬਾਲਣ ਦੀਆਂ ਤਿਆਰ ਕਰਕੇ ਗੁਰੂ ਅਮਰਦਾਸ ਜੀ ਦੇ ਲੰਗਰਾਂ ਵੱਲ ਆ ਰਹੇ ਸੀ। ਗੁਰੂ ਅਮਰਦਾਸ ਜੀ ਨੇ ਅੱਗੋਂ ਵੇਖ ਕੇ ਸਹਿ ਸਵਾਏ ਹੀ ਵਚਨ ਕਰ ਦਿੱਤਾ ਵੀ ਜੋੜੀ ਬਹੁਤ ਵਧੀਆ ਲੱਗੀ ਆਉਂਦੀ ਹੈ। ਬਾਬਾ ਸੱਚਨ ਸੱਚ ਜੀ ਨੇ ਬੇਨਤੀ ਕੀਤੀ, ਬਾਬਾ ਜੀ ਮੈਂ ਪਹਿਲਾਂ ਹੀ ਸ਼ਾਦੀशुदा ਹਾਂ, ਇਸ ਦਾ ਮੈਂ ਕੀ ਕਰਨਾ ਹੈ। ਗੁਰੂ ਅਮਰਦਾਸ ਜੀ ਨੇ ਕਿਹਾ, ਸਿੱਖਾ ਤੇਰੀ ਸੇਵਾ ਪੂਰੀ ਹੋ ਗਈ ਹੈ, ਇਹ ਰਾਣੀ ਨੂੰ ਵੀ ਲੈ ਜਾ ਅਤੇ ਦੂਜੇ ਪੈਰ ਦਾ ਵੀ ਜੋੜਾ ਸਾਹਿਬ ਲਾ ਕੇ ਦਿੱਤਾ, ਜਾ ਕੇ ਤੂੰ ਸਿੱਖੀ ਦਾ ਪ੍ਰਚਾਰ ਕਰ। ਬਾਬਾ ਸੱਚਨ ਸੱਚ ਜੀ ਜਦੋਂ ਪਿੰਡ ਆਏ, ਉਸ ਦੀ ਪਹਿਲੀ ਵਿਆਹੁੜ ਸੀ, ਇਸ ਗੱਲ ਤੋਂ ਨਾਰਾਜ਼ ਹੋ ਗਈ, ਭਾਈ ਤੂੰ ਕਿਉਂ ਦੂਸਰਾ ਵਿਆਹ ਕਰਾਇਆ ਹੈ। ਬਾਬਾ ਸੱਚਨ ਸੱਚ ਜੀ ਨੇ ਕਿਹਾ ਵੀ ਗੁਰੂ ਅਮਰਦਾਸ ਦਾ ਬਚਨ ਸੀ, ਮੈਂ ਉਸ ਨੂੰ ਮੋੜ ਨਹੀਂ ਸਕਿਆ। ਇਸ ਗੱਲ ਤੋਂ ਨਾਰਾਜ਼ ਵਸ ਹੋ ਕੇ ਪਹਿਲੀ ਵਿਆਹੁੜ ਆਪਣਾ ਪਰਿਵਾਰ ਲੈ ਕੇ ਅਤੇ ਜੋੜਾ ਸਾਹਿਬ ਲੈ ਕੇ ਆਪਣੇ ਪੇਕੇ ਮੱਦਰ ਪਿੰਡ ਜ਼ਿਲ੍ਹਾ ਲਾਹੌਰ ਪਾਕਿਸਤਾਨ ਚਲੀ ਗਈ। ਜਿਹੜੀ ਪਹਿਲੀ ਵਿਆਹੁੜ ਦਾ ਪਰਿਵਾਰ ਹੈ ਉਹ ਸਾਰਾ ਮੱਦਰਾਂ ਵਾਲੇ ਮੱਲ ਵੱਜਦੇ ਹਨ ਅਤੇ ਜਿਹੜੀ ਕਮਲੀ ਰਾਣੀ ਦੇ ਵਿੱਚੋਂ ਪਰਿਵਾਰ ਹੈ ਉਹ ਧੁੰਨੀ ਵਾਲੇ ਮੱਲ ਵੱਜਦੇ ਹਨ, ਜੋ ਕਿ ਪਾਕਿਸਤਾਨ ਦੇ ਵਿੱਚ ਪਿੰਡ ਧੁੰਨੀ, ਤਹਿਸੀਲ ਹਾਫਜ਼ਾਬਾਦ, ਜ਼ਿਲ੍ਹਾ ਗੁਜਰਾਂਵਾਲਾ ਸੀ। ਬਾਬਾ ਸੱਚਨ ਸੱਚ ਜੀ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਅਤੇ ਸੰਗਤਾਂ ਨੂੰ ਜੋੜਾ ਸਾਹਿਬ ਦੇ ਦਰਸ਼ਨ ਕਰਵਾ ਕੇ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਨਿਵਰਤ ਕਰਨ ਲੱਗੇ। ਟਾਈਮ ਆਉਂਦਾ ਗਿਆ ਅਤੇ 1947 ਵਿੱਚ ਦੇਸ਼ ਦੀ ਵੰਡ ਹੋਈ ਅਤੇ ਬਾਬਾ ਸੱਚਨ ਸੱਚ ਦਾ ਪਰਿਵਾਰ ਸੱਚੇ ਸੌਦੇ ਕੈਂਪਾਂ ਵਿੱਚ ਆ ਗਿਆ। ਬਾਬਾ ਜੀ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਭਾਰਤ ਅਤੇ ਪਾਕ ਦੀ ਵੰਡ ਹੋ ਗਈ ਹੈ। ਉਹਨਾਂ ਨੂੰ ਇਹ ਮਹਿਸੂਸ ਸੀ ਕਿ ਮਹੀਨੇ 2 ਮਹੀਨਿਆਂ ਦਾ ਰੌਲਾ ਹੈ, ਵਾਪਸ ਅਸੀਂ ਆਪਣੇ ਪਿੰਡ ਚਲੇ ਜਾਵਾਂਗੇ। ਇਸ ਕਰਕੇ ਉਹਨਾਂ ਨੇ ਜੋੜਾ ਸਾਹਿਬ ਨੂੰ ਘੜੇ ਵਿੱਚ ਰੱਖ ਕੇ ਧਰਤੀ ਦੇ ਹੇਠਾਂ ਦੱਬ ਦਿੱਤਾ ਵੀ ਜਦੋਂ ਵਾਪਸ ਆਵਾਂਗੇ ਅਸੀਂ ਇਸ ਨੂੰ ਬਾਹਰ ਕੱਢ ਕੇ ਸੰਗਤਾਂ ਨੂੰ ਫਿਰ ਦਰਸ਼ਨ ਕਰਾਵਾਂਗੇ। ਜਦੋਂ ਸੱਚੇ ਸੌਦੇ ਕੈਂਪਾਂ ਦੇ ਵਿੱਚ ਪਤਾ ਲੱਗਾ ਵੀ ਦੇਸ਼ ਦੀ ਵੰਡ ਹੋ ਗਈ ਹੈ ਅਤੇ ਇਹ ਜੋ ਧੁੰਨੀ ਪਿੰਡ ਹੈ ਇਹ ਪਾਕਿਸਤਾਨ ਵਿੱਚ ਚਲਾ ਗਿਆ ਹੈ, ਅਸੀਂ ਉਹਨੂੰ ਵਾਪਸ ਨਹੀਂ ਜਾ ਸਕਦੇ, ਤਾਂ ਫਿਰ ਸਿੰਘ ਬਾਬੇ ਸੱਚਨ ਸੱਚ ਦੇ ਪਰਿਵਾਰ ਵਿੱਚੋਂ ਸਿੱਖ ਤਿਆਰ ਹੋਏ ਅਤੇ ਘੋੜੀਆਂ 'ਤੇ ਜਾ ਕੇ ਰਾਤੋਂ ਰਾਤ ਜੋੜਾ ਸਾਹਿਬ ਨੂੰ ਲੈ ਕੇ ਆਏ ਸੱਚੇ ਸੌਦੇ ਕੈਂਪਾਂ ਵਿੱਚ। ਉਹ ਘੜੇ ਵਿੱਚ ਨੱਪਣ ਕਾਰਨ ਜੋੜਾ ਸਾਹਿਬ ਥੋੜ੍ਹਾ ਜਿਹਾ ਮੁੜਕਾ ਖਾ ਗਿਆ ਅਤੇ ਬਿਰਧ ਹੋ ਗਿਆ ਅਤੇ ਭੁਰਨ ਲੱਗ ਗਿਆ ਸੀ। ਇਸ ਕਰਕੇ ਬਾਬਾ ਜੀ ਦੇ ਪਰਿਵਾਰ ਨੇ ਜੋੜਾ ਸਾਹਿਬ ਨੂੰ ਚਾਂਦੀ ਵਿੱਚ ਮਹਿੜਾ ਦਿੱਤਾ ਅਤੇ ਕੈਂਪਾਂ ਤੋਂ ਬਾਅਦ ਪਿੰਡ ਸੈਦੇ ਵਾਲਾ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਵਿਖੇ ਬਾਬਾ ਜੀ ਦੇ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਅਤੇ 1947 ਤੋਂ ਬਾਅਦ ਬਾਬਾ ਜੀ ਦਾ ਪਰਿਵਾਰ ਪਿੰਡ ਸੈਦੇ ਵਾਲੇ ਵਿਖੇ ਰਹਿ ਰਿਹਾ ਹੈ। ਇੱਥੇ ਬਹੁਤ ਆਲੀਸ਼ਾਨ ਗੁਰਦੁਆਰਾ ਹੈ ਅਤੇ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਹਨ, ਜੋੜਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਨਿਵਰਤੀ ਕਰਦੀਆਂ ਹਨ। ਪੀੜ੍ਹੀ ਦਰ ਪੀੜ੍ਹੀ ਬਾਬਾ ਸੱਚਨ ਸੱਚ ਜੀ ਦਾ ਪਰਿਵਾਰ ਜੋੜਾ ਸਾਹਿਬ ਦੀ ਸਾਂਭ ਸੰਭਾਲ ਕਰ ਰਿਹਾ ਹੈ ਅਤੇ ਸੰਗਤਾਂ ਨੂੰ ਦਰਸ਼ਨ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਵਾ ਰਹੇ ਹਨ। ਅਤੇ ਹੁਣ ਇੱਥੇ ਹਰ ਮਹੀਨੇ ਮੱਸਿਆ ਮਨਾਈ ਜਾਂਦੀ ਹੈ ਅਤੇ ਬਾਬਾ ਜੀ ਦੀ ਬਰਸੀ ਅੱਸੂਵਦੀ 7ਵੀਂ 8ਵੀਂ 9ਵੀਂ ਨੂੰ ਹਰ ਸਾਲ ਮਨਾਈ ਜਾਂਦੀ ਹੈ। ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਹਨ ਅਤੇ ਕਿਸੇ ਪ੍ਰਕਾਰ ਦੀ ਵੀ ਕੋਈ ਦੁੱਖ ਤਕਲੀਫ ਹੋਵੇ, ਸੰਗਤਾਂ ਜੋੜਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਸਰੀਰਕ ਅਤੇ ਮਾਨਸਿਕ ਦੁੱਖਾਂ ਤੋਂ ਨਿਵਰਤੀ ਕਰਦੀਆਂ ਹਨ। ਇਹੀ ਬੇਨਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बिघ्न ना को लागता गुर पै अरदास, बिघ्न ना को लागता गुर पै अरदास। रखवाला
गोबिंद राय, रखवाला गोबिंद राय, भगतन की रास, विघ्न ना को लागता गुर पै अरदास, विघ्न ना को लागता गुर पै अरदास, विघ्न ना को लागता गुर पै अरदास। वाहिगुरु। ਇਹ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਅਤੇ ਪਵਿੱਤਰ ਜੋੜਾ ਹੈ, ਜੋ ਕਿ ਚਾਂਦੀ ਦੇ ਵਿੱਚ ਮੜ ਕਰਕੇ ਰੱਖਿਆ ਹੋਇਆ ਹੈ ਅਤੇ ਜੋ ਵੀ ਸ਼ਰਧਾ ਅਤੇ ਭਾਵਨਾ ਨਾਲ ਇਸ ਜੋੜੇ ਨੂੰ ਆਪਣੇ ਮਸਤਕ ਉੱਤੇ ਲਾਂਦਾ ਹੈ, ਉਸ ਦੇ ਮਾਨਸਿਕ ਅਤੇ ਸਰੀਰਕ ਰੋਗ ਦੂਰ ਹੋ ਜਾਂਦੇ ਹਨ। ਸੋ ਇਹ ਸੀ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਜੋੜਾ ਸਾਹਿਬ ਦਾ ਇਤਿਹਾਸ ਅਤੇ ਨਿਤ ਦਾ ਨੇਮ। ਸੋ ਇਸੇ ਹੀ ਤਰ੍ਹਾਂ ਹੀ ਅਗਲੇ ਹਫਤੇ ਵੀ ਅਸੀਂ ਆਪ ਜੀ ਨੂੰ ਇੱਕ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।